ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ ਵਡਭਾਗੇ ਹੋ। ਸਾਹਿਬਾਂ ਦੀ ਗੋਦ ਆਪ ਜੀ ਨੂੰ ਪ੍ਰਾਪਤ ਹੋਈ ਹੈ। ਗੁਰਸਵਾਰੀਆਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਗੁਰ ਇਤਿਹਾਸ ਦੀ ਗਾਥਾ 18ਵੀਂ ਸਦੀ ਦੇ ਸਿੰਘਾਂ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਲੜੀ ਦੇ ਨਾਲ ਜੁੜਨਾ ਕਰੀਏ। ਜਥੇਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਸਰਦਾਰ ਕਰਮ ਸਿੰਘ ਜੀ ਪੈਜਗੜੀਆ, ਸਰਦਾਰ, ਇਹ ਸਾਰੇ ਮਿਲ ਕਰਕੇ ਇਹਨਾਂ ਨੇ ਜਲੰਧਰ ਦੇ ਉੱਤੇ ਜਿਹੜਾ ਹੈ ਉਹ ਹਮਲਾ ਕੀਤਾ ਹੈ ਤੇ ਨਾਸਰ ਅਲੀ ਦੀਆਂ ਫੌਜਾਂ, ਉਹਨਾਂ ਦਾ ਬਹੁਤ ਵੱਡਾ ਜਿਹੜਾ ਹੈ ਉਹ ਨੁਕਸਾਨ ਕੀਤਾ। ਤੁਰਕ ਜਿਹੜੇ ਅਦੀਨਾ ਬੇਗ ਪਾਸ ਆਏ, ਫਰਿਆਦ ਕੀਤੀ ਤੇ ਸਰਦਾਰ ਜੱਸਾ ਸਿੰਘ ਜੀ ਦੇ ਪਾਸ ਅਦੀਨਾ ਬੇਗ ਕਹਿੰਦਾ ਹੈ ਕਿ ਹੁਣ ਜਿਹੜਾ ਹੈ ਉਹ ਲੜਾਈ ਠੱਪ ਦਿੱਤੀ ਜਾਵੇ, ਨੁਕਸਾਨ ਕਰਨਾ ਜਿਹੜਾ ਹੈ ਘਟਾ ਦਿੱਤਾ ਜਾਵੇ। ਨਗਾਰਾ ਵਜਾ ਦਿੱਤਾ ਗਿਆ। ਦੂਜੇ ਪਾਸੇ ਬਾਬਾ ਵਡਭਾਗ ਸਿੰਘ ਜੀ ਨੂੰ ਜਦੋਂ ਪਤਾ ਲੱਗਾ, ਉਹਨਾਂ ਨੇ ਰੂਹ ਵਿੱਚ ਆਉਂਦਿਆਂ ਜਿਹੜਾ ਹੈ ਜੈਕਾਰਾ ਛੱਡਿਆ ਤੇ ਕਹਿੰਦੇ ਹਨ ਕਿ ਕਿਹੜਾ ਹੈ ਜਿਹੜਾ ਜਲੰਧਰ ਦੇ ਟਾਕਰੇ ਦੇ ਵਿੱਚ ਆ ਕੇ ਮੇਰੇ ਨਾਲ ਜਿਹੜਾ ਹੈ ਅੜਨਾ ਕਰੇ, ਜਿਹੜਾ ਅੜੇਗਾ ਪਹਿਲਾਂ ਮੈਂ ਉਹਨੂੰ ਜਿਹੜਾ ਹੈ ਸੋਧਾ ਲਾਵਾਂਗਾ, ਫਿਰ ਜਿਹੜਾ ਹੈ ਆਪ ਆਪਣੇ ਪ੍ਰਾਣਾਂ ਦੀ ਆਹੂਤੀ ਦੇਵਾਂਗਾ। ਜਦੋਂ ਇਹ ਬਚਨ ਹੋਏ ਤੇ ਫਿਰ ਸਿੰਘ ਸਰਦਾਰਾਂ ਨੇ ਜਿਹੜਾ ਹੈ ਫਿਰ ਯੁੱਧ ਦਾ ਜਿਹੜਾ ਹੈ ਐਲਾਨ ਕਰ ਦਿੱਤਾ। ਅਦੀਨਾ ਬੇਗ ਵੀ ਸਮਝੀ ਨਿਜਾਕਤ ਨੂੰ ਸਮਝਦਾ ਹੋਇਆ ਜਿਹੜਾ ਹੈ ਉਹ ਖਾਲਸੇ ਦੀ ਸ਼ਰਨ ਦੇ ਵਿੱਚ ਆ ਕਰਕੇ ਇਹ ਵੀ ਯੁੱਧ ਜਿਹੜਾ ਹੈ ਉਹ ਕਰਦਾ ਹੈ ਤੇ ਜਲੰਧਰ ਦੇ ਉੱਤੇ ਹਮਲਾ ਦੁਬਾਰਾ ਹੋਇਆ ਤੇ ਬਹੁਤ ਜਿਹੜਾ ਹੈ ਉਹ ਤੁਰਕਾਂ ਦਾ ਜਿਹੜਾ ਹੈ ਉਹ ਨਾਸ਼ ਹੋਇਆ। ਤੇ ਦੂਜੇ ਪਾਸੇ ਅਦੀਨਾ ਬੇਗ ਵੀ ਆਪਣੇ ਆਪ ਨੂੰ ਵਡਭਾਗ ਸਿੰਘ ਦਾ ਸਿੱਖ ਅਖਵਾ ਕਰਕੇ ਖਾਲਸੇ ਦੀ ਸ਼ਰਨ ਦੇ ਵਿੱਚ ਹੈ। ਨਾਲ ਹੀ ਇਹ ਬਚਨ ਹੋਏ ਕਿ ਜਿਹੜੇ ਬੋਧੀਆਂ ਵਾਲੇ ਹਨ ਉਹਨਾਂ ਨੂੰ ਜਿਹੜਾ ਹੈ ਬਖਸ਼ ਦਿੱਤਾ ਜਾਵੇ, ਭਾਵ ਜੋ ਸਨਾਤਨੀ ਮਤ ਦੇ ਲੋਕ ਹਨ ਉਹਨਾਂ ਨੂੰ ਜਿਹੜਾ ਹੈ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਇਸ ਤਰ੍ਹਾਂ ਜਲੰਧਰ ਦਾ ਜੋ ਬਦਲਾ ਲੈ ਰਹੇ ਹਨ ਸਿੱਖ ਸਰਦਾਰ, ਉਹ ਕਿਸ ਤਰ੍ਹਾਂ ਗਾਥਾ ਜਿਹੜੀ ਹੈ ਅੱਗੇ ਚੱਲ ਰਹੀ ਹੈ, ਆਓ ਪਿਆਰ ਦੇ ਨਾਲ ਸਰਵਣ ਕਰੀਏ। ਦਿਓ ਸੀਸ ਅੱਖ ਨੂੰ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਕੋ। ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੋਧੀ ਵਾਲਾ ਦੇਵੈ ਛਾੜ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨੰਦੀ ਬੰਸ ਜਦੋਂ ਚੱਲੀ ਹੈ ਅੱਜ ਤੋਂ 200-2200 ਸਾਲ ਪਹਿਲਾਂ, ਉਦੋਂ ਬੋਧੀਆਂ ਰੱਖਣ ਦਾ ਸਨਾਤਨੀ ਮਤ ਦੇ ਵਿੱਚ ਜਿਹੜਾ ਸੀ ਉਹ ਰਿਵਾਜ ਚੱਲਿਆ। ਉਹਦਾ ਕਾਰਨ ਇਹ ਬਣਿਆ ਕਿ ਇਹ ਸ਼ੂਦਰ ਸੀ, ਇਹਨੇ ਆਪਣਾ ਰਾਜ ਭਾਈ ਕੰਮ ਕੀਤਾ ਨੰਦ ਰਾਜੇ ਨੇ। ਉਦੋਂ ਨੰਦੀ ਬੰਸ ਚੱਲਿਆ ਸੀ ਤੇ ਜਦੋਂ ਇਹ ਬੰਸ ਚੱਲਿਆ ਤੇ ਉਦੋਂ ਇਹਨੂੰ ਇਹ ਲੋੜ ਮਹਿਸੂਸ ਹੋਈ ਕਿ ਕਿਤੇ ਛਤਰੀਏ ਜਿਹੜੇ ਨੇ ਉਹ ਫਿਰ ਨਾ ਰਾਜ ਭਾਗ ਜਿਹੜਾ ਹਥਿਆਰ ਲੈਣ। ਉਹਨਾਂ ਨੇ ਉਸ ਸਮੇਂ ਦੇ ਵਿਦਵਾਨਾਂ ਨੂੰ ਇਕੱਠਾ ਕੀਤਾ, ਪੁੱਛਿਆ ਇਹਨਾਂ ਦੇ ਵਿੱਚ ਸ਼ਕਤੀ ਜਿਹੜੀ ਹੈ ਕਿੱਥੋਂ ਆਉਂਦੀ ਹੈ। ਤੇ ਉਦੋਂ ਡਰ ਦੇ ਮਾਰਿਆਂ ਜਾਂ ਪੈਸੇ ਧੇਲੇ ਲਾਲਚ ਦੇ ਮਾਰਿਆਂ ਉਹਨਾਂ ਨੇ ਅੰਦਰਲਾ ਰਾਜ ਦੱਸਿਆ ਕਿ ਜਦੋਂ ਇਹ ਮੰਤਰਾਂ ਦੀ ਪੂਰਤੀ ਹੁੰਦੀ ਹੈ ਤੇ ਕੇਸ ਜਿਹੜੇ ਨੇ ਉਹ ਬੜੇ ਸਹਾਈ ਹੁੰਦੇ ਨੇ। ਇਸ ਕਰਕੇ ਇਹਨਾਂ ਕੇਸਾਂ ਕਰਕੇ ਹੀ ਇਹ ਮੰਤਰ ਜਿਹੜੇ ਨੇ ਸਿੱਧ ਹੁੰਦੇ ਨੇ ਬੋਲੇ ਹੋਏ। ਤੇ ਹੁਣ ਇਹਨੂੰ ਆਪਣਾ ਖਤਰਾ ਸੀ, ਇਸ ਕਰਕੇ ਇਹਨੇ ਜਿੰਨੇ ਵੀ ਉੱਥੇ ਬ੍ਰਾਹਮਣ ਸਨ ਉਹਨਾਂ ਦੇ ਜਿਹੜੇ ਸਨ ਮੁੰਡਨ ਕਰਾ ਦਿੱਤੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮੁੰਡਨ ਕਰਾਉਣ ਦੀ ਪ੍ਰਥਾ ਵੀ ਜਿਹੜੀ ਹੈ ਨੰਦ ਬੰਸ ਤੋਂ ਚੱਲੀ ਹੈ। ਤੁਸੀਂ ਅੱਜ ਵੀ ਦੇਖੋ ਸਨਾਤਨੀ ਮਤ ਦੇ ਅੰਦਰ ਬੱਚਿਆਂ ਦੇ ਮੁੰਡਨ ਕਰਾਏ ਜਾਂਦੇ ਹਨ। ਉਹ ਪ੍ਰਥਾ ਜਿਹੜੀ ਹੈ ਨੰਦ ਬੰਸ ਤੋਂ ਚੱਲੀ ਹੈ। ਨੰਦ ਰਾਜਾ ਹੋਇਆ ਹੈ ਸ਼ੂਦਰਾਂ ਦਾ। ਉਦੋਂ ਇਹ ਜਦੋਂ ਰੂਹ ਰੀਤੀ ਕਾਇਮ ਹੋਈ ਤੇ ਉਦੋਂ ਪੰਡਤਾਂ ਨੇ ਇਹ ਮਨ ਦੇ ਵਿੱਚ ਬੜਾ
ਨਿਰਣੇ ਲਿਆ ਕਿ ਆਖਿਰਕਾਰ ਜੇ ਕਿਤੇ ਪੰਡਤਾਂ ਕੋ ਕੋਈ ਪਾਪ ਹੋ ਜਾਵੇ ਤੇ ਫਿਰ ਤਾਂ ਮੌਤ ਦੇ ਘਾਟ ਜਿਹੜਾ ਹੈ ਉਤਾਰਨਾ ਜਿਹੜਾ ਹੈ ਨੰਦ ਰਾਜੇ ਨੇ ਲਾਜ਼ਮੀ ਕਰ ਦੇਣਾ ਹੈ, ਬਚਿਆ ਕਿੱਦਾਂ ਜਾਵੇ। ਆਂਦੇ ਉਦੋਂ ਇਹ ਰੋਹ ਰੀਤੀਆਂ ਜਿਹੜੀਆਂ ਸਨ ਪੈਦਾ ਹੋ ਗਈਆਂ। ਹਾਲਾਂਕਿ ਕਿਸੇ ਵੀ ਧਰਮ ਦੇ ਅੰਦਰ ਕੇਸਾਂ ਨੂੰ ਕਤਲ ਕਰਨ ਦਾ ਕੋਈ ਵੀ ਜਿਹੜਾ ਹੈ ਨਿਯਮ ਨਹੀਂ ਹੈ। ਆਪਣੇ ਆਪ ਅੱਜ ਸਿੱਖ ਵੀ ਜਿਹੜਾ ਹੈ ਕਤਲ ਕਰਦਾ ਜਾ ਰਿਹਾ ਹੈ, ਉਹ ਵੱਖਰੀ ਗੱਲ ਹੈ, ਪਰ ਕਿਸੇ ਵੀ ਧਰਮ ਦੇ ਅੰਦਰ ਕੇਸਾਂ ਦੀ ਬੇਅਦਬੀ ਕਰਨੀ ਜਿਹੜੀ ਹੈ ਉਹ ਮਨਮਤ ਹੈ, ਉਹ ਗੁਰੂ ਦਾ ਹੁਕਮ ਨਹੀਂ ਹੈ। ਇੱਥੇ ਵੀ ਇਹ ਕਵੀ ਜੀ ਕਹਿ ਰਹੇ ਹਨ, ਰਤਨ ਸਿੰਘ ਜੀ ਭੰਗੂ ਹੁਣੀ, ਕਿ ਬਾਬਾ ਵਡਭਾਗ ਸਿੰਘ ਹੁਣਾਂ ਨੇ, ਜੱਸਾ ਸਿੰਘ ਜੀ ਆਲੂਵਾਲੀਆ, ਕਰਨ ਸਿੰਘ ਜੀ ਹੁਣੀ ਇਹ ਕਹਿ ਰਹੇ ਹਨ ਕਿ ਬੋਦੀ ਵਾਲਾ ਦੇਵੇ ਛਾੜ, ਜਿੱਥੇ ਕਿਸੇ ਦੀ ਬੋਦੀ ਵਿਖੇ ਉਹਨੂੰ ਛੱਡ ਦਿੱਤਾ ਜਾਵੇ। ਬਿਨ ਬੋਦੀ ਤਿਸ ਦੇਵੈ ਕਾਟ, ਤੇ ਜਿਹੜਾ ਬੋਦੀ ਤੋਂ ਬਿਨਾ ਹੋਵੇ ਉਹਦਾ ਸਿਰ ਜਿਹੜਾ ਹੈ ਉਹ ਕਲਮ ਕਰ ਦਿੱਤਾ ਜਾਵੇ। ਦੋਹਰਾ ਵਡਭਾਗ ਸਿੰਘ ਪੀਤਿਮ ਕਹੀ ਸੋਏ ਖਾਲਸਾ ਕੀਨ, ਵਡਭਾਗ ਸਿੰਘ ਥੀ ਜਿਮ ਕਹੀ ਸੋਈ ਖਾਲਸੇ ਕੀ। ਜਿੱਦਾਂ ਬਾਬਾ ਵਡਭਾਗ ਸਿੰਘ ਜੀ ਹੁਣਾਂ ਨੇ ਖਾਲਸੇ ਨੂੰ ਹੁਕਮ ਕੀਤਾ ਸੀ, ਕਿਉਂਕਿ ਬੜਾ ਰੋਹ ਸੀ ਬਾਬਾ ਵਡਭਾਗ ਸਿੰਘ ਜੀ ਹੁਣਾਂ ਦੇ ਮਨ ਦੇ ਅੰਦਰ, ਕਿਉਂਕਿ ਜਦੋਂ ਨਾਸਰ ਅਲੀ ਨੇ ਜਲੰਧਰ ਕਤਲ ਕੀਤਾ ਸੀ ਆਪਣੇ ਸਮੇਂ ਦੇ ਦੌਰਾਨ, ਉਦੋਂ ਇੰਨੀਆਂ ਕਿ ਬੇਪਤੀਆਂ ਕੀਤੀਆਂ ਇਸ ਅਸਥਾਨਾਂ ਦੇ ਉੱਤੇ। ਗੁਰਦੁਆਰਾ ਥੰਮਜੀ ਸਾਹਿਬ ਜੀ ਦੇ ਅੰਦਰ, ਗੁਰਦੁਆਰਾ ਗੰਗਸਰ ਸਾਹਿਬ ਜੀ ਦੇ ਅੰਦਰ ਜਿਹੜੀਆਂ ਸਨ ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ। ਇੱਥੇ ਗਊਆਂ ਜਿਹੜੀਆਂ ਸਨ ਉਹ ਵੱਢੀਆਂ ਗਈਆਂ। ਸਭ ਤੋਂ ਵੱਡਾ ਦੁੱਖ ਜਿਹੜਾ ਸੀ ਨਾ ਵਡਭਾਗ ਰਾਏ ਨੂੰ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਧਿਆਨ ਦੇਣ ਇਸ ਗੱਲ ਦੇ ਵੱਲ ਵੀ, ਇਹ ਕੁਝ ਸਮਾਂ ਪਹਿਲਾਂ ਧੀਰਮਲ ਦੀ ਜਿਹੜੀ ਵੰਸ਼ ਹੈ ਤੇ ਸੋਢੀ ਸੁਲਤਾਨਾਂ ਦੇ ਵਿੱਚੋਂ ਸੀ, ਪਰ ਕੁਝ ਸਮਾਂ ਇਹੋ ਜਿਹਾ ਬਣਿਆ ਕਿ ਗੁਰੂ ਨਾਲੋਂ ਵੱਖਰੇ ਹੋ ਗਏ। ਪਰ ਅੱਗੇ ਚੱਲ ਕਰਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਮਾਂ ਆਉਂਦਾ ਹੈ, ਧੀਰਮਲ ਦੇ ਪੋਤਰੇ ਤੇ ਉਸ ਤੇ ਅੱਗੇ ਪੜ ਪੋਤਰੇ ਜਿਹੜੇ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸ਼ਰਨ ਦੇ ਵਿੱਚ ਜਦੋਂ ਗਏ, ਉਦੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਸੀ ਤੁਹਾਡਾ ਅੱਗੇ ਜਿਹੜਾ ਪੋਤਰਾ ਹੋਵੇਗਾ ਉਹ ਗੁਰੂ ਖਾਲਸਾ ਵਿੱਚ ਰਲ ਜਾਵੇਗਾ। ਉਦੋਂ ਵਡਭਾਗ ਰਾਏ ਨੇ ਅੰਮ੍ਰਿਤ ਛਕ ਕਰਕੇ ਆਪਣੇ ਨਾਮ ਦੇ ਨਾਲ ਵਡਭਾਗ ਰਾਏ ਦੀ ਜਗ੍ਹਾ ਵਡਭਾਗ ਸਿੰਘ ਬਣਿਆ ਸੀ, ਉਦੋਂ ਖਾਲਸੇ ਦੇ ਵਿੱਚ ਰਲਿਆ। ਤੇ ਹੁਣ ਇਹਨੂੰ ਬੜਾ ਦੁੱਖ ਹੈ ਅੰਦਰ, ਕਿਉਂਕਿ ਬੇਪਤੀ ਇੰਨੀ ਕੀ ਹੋਈ, ਇੱਥੇ ਗਊਆਂ ਵੀ ਵੱਢੀਆਂ ਗਈਆਂ, ਧੀਆਂ ਭੈਣਾਂ ਦੀ ਬੇਪਤੀ ਹੋਈ। ਆਂਦਾ ਹੁਣ ਮੈਂ ਤੁਰਕ ਜਿਹੜਾ ਹੈ ਕੋਈ ਨਹੀਂ ਛੱਡਣਾ। ਇਸ ਕਰਕੇ ਬਾਬਾ ਵਡਭਾਗ ਸਿੰਘ ਜੀ ਨੇ ਜੋ ਮਨ ਦੇ ਅੰਦਰ ਪ੍ਰਣ ਕੀਤਾ ਹੋਇਆ ਸੀ ਉਹ ਖਾਲਸੇ ਨੂੰ ਦੱਸਿਆ ਹੋਇਆ ਸੀ। ਆਂਦੇ ਜਿੱਦਾਂ ਬਾਬਾ ਵਡਭਾਗ ਸਿੰਘ ਜੀ ਨੇ ਕਿਹਾ ਹੈ ਉਦਾਂ ਹੀ ਕੀਤਾ ਹੈ ਜੀ। ਗੋਰੋ ਕੱਢਣਾ ਸਰਅਲੀ ਤੇ ਮੈਂ ਸੂਰਮੁਖ ਦੀਨ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੋਰੋਂ ਕਹਿੰਦੇ ਨੇ ਕਬਰ ਨੂੰ। ਆਂਦੇ ਗੋਰੋਂ ਕੱਢ ਨਾਸਰ ਅਲੀ। ਨਾਸਰ ਅਲੀ ਮਰ ਚੁੱਕਾ ਹੈ, ਇਹਦੀ ਲਾਸ਼ ਜਿਹੜੀ ਹੈ ਕਬਰ ਦੇ ਵਿੱਚ ਦੱਬੀ ਪਈ ਸੀ। ਉਸ ਲਾਸ਼ ਨੂੰ ਆਂਦੇ ਕੱਢਿਆ ਗਿਆ ਤੇ ਇਹਦੇ ਮੂੰਹ ਦੇ ਵਿੱਚ ਜਿਹੜਾ ਸੀ ਨਾ ਸੂਰ ਦੇ ਮਾਸ ਦਾ ਡਲਾ ਜਿਹੜਾ ਸੀ ਨਾ ਉਹ ਤੁੰਨਿਆ ਗਿਆ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦਾ ਕਾਰਨ ਇਹ ਸੀ ਇੱਥੇ ਗਊ ਹੱਤਿਆ ਕੀਤੀ ਗਈ ਗੁਰੂ ਦਰਬਾਰਾਂ ਦੇ ਅੰਦਰ। ਕਰਤਾਰਪੁਰ ਸਾਹਿਬ ਪਿੰਡ ਦਾ ਸ਼ਹਿਰ ਦਾ ਜਿਹੜਾ ਸੀ ਤੈਸ਼ ਨਾਇਸ਼ ਕਰ ਦਿੱਤਾ ਸੀ ਨਾਸਰ ਅਲੀ ਨੇ, ਕਿਉਂਕਿ ਇਹ ਜਦੋਂ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ ਬਾਣੀ ਕਹਿੰਦੀ ਪਈ ਹੈ, ਆਪ ਸਾਹਿਬ ਜੀ ਨੇ ਬਿਆਨ ਕੀਤਾ। ਜਦੋਂ ਇਸ ਨਗਰ ਦੀ ਮੋਹਰੀ ਗੱਡਣੀ ਹੈ ਨਾ, ਧਿਆਨ ਦੇਣਾ ਇਸ ਨੁਕਤੇ ਦੇ ਵੱਲ, ਉਦੋਂ ਇੱਕ ਜਿਹੜਾ ਸੀ ਨਾ ਟਾਹਲੀ ਦਾ ਥੰਮ ਉਹ ਮੋਹਰੀ ਦੇ ਰੂਪ ਦੇ ਵਿੱਚ ਗੱਡਿਆ ਗਿਆ ਸੀ ਇਸ ਸਥਾਨ ਦੇ ਉੱਤੇ। ਪਰ ਜਦੋਂ ਇਹ ਥੰਮ ਲੈਣ ਵਾਸਤੇ ਟਾਹਲੀ ਦੇ ਦਰਖਤ ਨੂੰ ਵੱਢਣ ਲੱਗੇ ਨਾ, ਉਦੋਂ ਉਸ ਦਰਖਤ ਦੇ ਉੱਤੇ ਕੋਈ ਰੂਹ ਸੀ, ਕੋਈ ਆਤਮਾ ਸੀ, ਤੇ ਉਹ ਸਿੱਖਾਂ ਨੂੰ ਕਹਿੰਦੀ ਹੈ ਕਿ ਮੇਰਾ ਘਰ ਜਿਹੜਾ ਹੈ ਕਿਉਂ ਉਜਾੜਨ ਲੱਗੇ ਹੋ। ਤੇ ਇਹ ਬਚਨ ਆ ਕੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਕਹਿਣੇ ਕੀਤੇ ਹਨ, ਤੇ ਗੁਰੂ ਅਰਜਨ ਦੇਵ ਜੀ ਆਪ ਉਸ ਦਰਖਤ ਦੇ ਪਾਸ ਚੱਲ ਕੇ ਗਏ ਤੇ ਉਹਦੇ ਨਾਲ ਗੁਫ਼ਤਗੂ ਗੱਲਬਾਤ ਕੀਤੀ
ਤੇ ਕਹਿਣ ਲੱਗੇ ਭਲਿਆ ਤੇਰਾ ਵੀ ਕਲਿਆਣ ਹੋ ਜਾਵੇਗਾ, ਤੇ ਜੇ ਤੂੰ ਇਸ ਦਰਖਤ ਦੇ ਅੰਦਰ, ਇਸ ਥੰਮ ਦੇ ਅੰਦਰ ਹੈ, ਤੇ ਇਸ ਥੰਮ ਦੀ ਵੀ ਕੀਰਤੀ ਜਿਹੜੀ ਹੈ, ਇਸ ਥੰਮ ਦੀ ਵੀ ਪੂਜਾ ਜਿਹੜੀ ਹੈ ਜੁਗਾ ਜਗੰਤਰਾਂ ਤੱਕ ਗੁਰੂ ਨਾਨਕ ਦੇ ਘਰ ਦੇ ਵਿੱਚ ਹੋ ਜਾਵੇਗੀ, ਪਰ ਤੂੰ ਇਸ ਦਰਖਤ ਨੂੰ ਵੱਢਣ ਦਾ ਜਿਹੜਾ ਹੈ ਸਾਨੂੰ ਜਿਹੜੀ ਹੈ ਆਗਿਆ ਦੇ ਦੇ। ਆਂਦੇ ਫਿਰ ਉਦੋਂ ਉਹ ਰੂਹ ਨੇ ਜਿਹੜਾ ਸੀ ਨਾ ਉਹ ਦਰਖਤ ਛੱਡ ਦਿੱਤਾ, ਤੇ ਫਿਰ ਉਹ ਥੰਮ ਜਿਹੜਾ ਸੀ, ਭਾਵ ਟਾਹਲੀ ਦਾ ਦਰਖਤ ਜਿਹੜਾ ਸੀ ਉਹ ਵੱਢਿਆ ਗਿਆ। ਉਹ ਥੰਮ ਰੂਪ ਮੋਹਰੀ ਜਿਹੜੀ ਹੈ ਕਰਤਾਰਪੁਰ ਦੀ, ਉਹ ਇਸ ਅਸਥਾਨ 'ਤੇ ਜਿਹੜੀ ਹੈ ਉਹ ਗੱਡੀ ਗਈ। ਪਰ ਜਦੋਂ ਨਾਸਰ ਅਲੀ ਨੂੰ ਪਤਾ ਲੱਗਾ ਵੀ ਇਹ ਤਾਂ ਥੰਮ ਦੀ ਪੂਜਾ ਕਰੀ ਜਾਂਦੇ ਨੇ, ਇਹਦੀ ਮਾਨਤਾ ਬੜੀ ਹੋ ਗਈ ਹੈ ਆਦਿਕ, ਇਹ ਈਰਖਾ ਕਰਦਾ ਹੈ ਨਾ, ਸਿੱਖਾਂ ਦੇ ਨਾਲ ਵੀ ਈਰਖਾ ਕਰਦਾ ਹੈ। ਉਦੋਂ ਇਹਨੇ ਜਿੱਥੇ ਕਰਤਾਰਪੁਰ ਸਾਹਿਬ ਜੀ ਦਾ ਨੁਕਸਾਨ ਕੀਤਾ, ਉੱਥੇ ਗੁਰਧਾਮਾਂ ਦਾ ਵੀ ਨੁਕਸਾਨ ਕੀਤਾ, ਤੇ ਫਿਰ ਨਾਲ ਹੀ ਜਿਹੜਾ ਸੀ ਇਹ ਥੰਮ ਵੀ ਜਿਹੜਾ ਸੀ ਉਦੋਂ ਸਾੜ ਛੱਡਿਆ ਸੀ। ਬੇਪੱਤੀਆਂ ਵੀ ਹੋਈਆਂ ਧੀਆਂ ਭੈਣਾਂ ਦੀਆਂ, ਗਊਆਂ ਵੀ ਵੱਢੀਆਂ ਗਈਆਂ ਇਹਨਾਂ ਸਥਾਨਾਂ ਦੇ ਉੱਤੇ। ਤੇ ਇਸ ਕਰਕੇ ਬਾਬਾ ਵਡਭਾਗ ਸਿੰਘ ਜੀ ਦੇ ਹਿਰਦੇ ਦੇ ਵਿੱਚ ਜਿਹੜਾ ਸੀ ਨਾ ਇਹ ਬੜਾ ਰੋਹ ਸੀ ਉਦੋਂ ਦਾ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਠਾਣ ਲਈ ਸੀ ਕਿ ਨਾਸਰ ਅਲੀ ਜਿੱਥੇ ਵੀ ਹੋਵੇਗਾ ਉਹਦੇ ਮੂੰਹ ਦੇ ਵਿੱਚ ਜਿਹੜਾ ਸੀ ਨਾ ਉਹ ਮਾਸ ਜ਼ਰੂਰ ਪੁੰਨਿਆ ਜਾਵੇਗਾ। ਇਹ ਕਰਮ ਜਿਹੜਾ ਸੀ, ਇਹ ਕਿਰਿਆ ਜਿਹੜੀ ਹੈ ਹੁਣ ਇਸ ਕਰਕੇ ਹੋ ਰਹੀ ਹੈ। ਕਵੀ ਜੀ ਕਹਿੰਦੇ ਪਏ ਨੇ, ਰਤਨ ਸਿੰਘ ਜੀ ਭੰਗੂ, ਗੋਰੋਂ ਕੱਢ ਨਾਸਰ ਅਲੀ ਤਿਵੇਂ ਸੂਰਮੁਖ ਦੀਨਾ। ਆਂਦੇ ਉੱਦਾਂ ਹੀ ਇਹਦੇ ਮੁਖ ਦੇ ਵਿੱਚ ਜਿਹੜਾ ਸੀ ਸੂਰ ਦਾ ਮਾਸ ਜਿਹੜਾ ਹੈ ਦਿੱਤਾ ਹੈ ਜੀ। ਚੌਪਈ ਮੁਗਲ ਪਠਾਨੀ ਸ਼ੇਖ ਸਦੈਨੀ। ਆਂਦੇ ਜਿਹੜੀਆਂ ਮੁਗਲਾਣੀਆਂ ਸਨ, ਸ਼ੈਤਾਨੀਆਂ ਸਨ, ਸ਼ੇਖਣੀਆਂ ਸਨ, ਭਾਵ ਤੁਰਕਾਂ ਦੀਆਂ ਜਿਹੜੀਆਂ ਪਟਰਾਣੀਆਂ ਸਨ ਜੀ, ਉਹ ਰੰਗ ਰੇਟਿਆਂ ਨੇ ਜਿਹੜਾ ਸੀ ਨਾ ਡੋਲੇ ਪਾ ਲਈਆਂ। ਸਰੂਪ ਸਿੰਘ ਇੱਕ ਬ੍ਰਾਹਮਣ ਸਿੱਖ। ਆਂਦੇ ਉਸ ਸਮੇਂ ਇੱਕ ਸਰੂਪ ਸਿੰਘ ਨਾਮ ਦਾ ਇੱਕ ਹਿੰਦੂ ਸਿੱਖ ਹੋਇਆ ਹੈ। ਆਂਦੇ ਸਰਹੰਦ ਦੇ ਲਾਗੇ ਇੱਕ ਨਗਰ ਹੈ ਚਨਾਰਥਲ, ਇਹ ਉੱਥੋਂ ਦਾ ਇਹਦਾ ਜਨਮ ਸੀ। ਵਡਭਾਗ ਸਿੰਘ ਸੀ ਥੀ ਜੋ ਕਹੀ। ਵਡਭਾਗ ਸਿੰਘ ਜੀ ਥੀ ਜੋ ਕਹੀ। ਉਦੋਂ ਬਾਬੇ ਵਡਭਾਗ ਸਿੰਘ ਨੇ ਉਹਨੂੰ ਏਦਾਂ ਇੱਕ ਗੱਲ ਕਹਿਣੀ ਕੀਤੀ ਹੈ। ਆਂਦੇ ਜਿਹੜਾ ਇਸ ਵੇਲੇ ਉਹ ਤੁਰਕਨੀ ਭਾਵ ਜਲੰਧਰ ਦੀਆਂ ਪਟਰਾਣੀਆਂ ਰੱਖੇਗਾ, ਉਹ ਜਿਹੜੀਆਂ ਤੁਰਕਣੀਆਂ ਸਿੱਖ ਰੱਖ ਲਵੇਗਾ। ਮੈਂ ਇੱਥੇ ਤੇ ਉੱਥੇ ਉਹਦਾ ਜਿਹੜਾ ਸਹਾਈ ਹੋਵਾਂਗਾ। ਪਿਆਰ ਨਾਲ ਆਖੋ ਸਤਨਾਮ। ਇਹ ਵੀ ਇੱਕ ਕਾਰਨ ਸੀ, ਕਿਉਂਕਿ ਜਦੋਂ ਤੁਰਕਾਂ ਦਾ ਨਾਸ਼ ਹੋਇਆ ਜਲੰਧਰ ਦੇ ਅੰਦਰ, ਤੇ ਉਦੋਂ ਜਿਹੜੀਆਂ ਮੁਗਲਾਣੀਆਂ ਸਨ, ਪਠਾਣੀਆਂ ਸਨ, ਸ਼ਹੀਦਾਂ ਸਨ, ਜਾਂ ਸ਼ੇਖਾਂ ਦੀਆਂ ਆਦਿਕ ਹੋਰ ਵੋਟੀਆਂ ਸਨ, ਇਹ ਰੋਂਦੀਆਂ ਕਰਲਾਉਂਦੀਆਂ ਜਿਹੜੀਆਂ ਸਨ ਬਾਬਾ ਜੀ ਦੇ ਪਾਸ ਆਈਆਂ ਵੀ ਅਸੀਂ ਤਾਂ ਰੰਡੀਆਂ ਹੋ ਗਈਆਂ, ਵਿਧਵਾ ਹੋ ਗਈਆਂ, ਸਾਡਾ ਕੀ ਬਣੇਗਾ, ਸਾਡਾ ਰਾਖਾ ਜਿਹੜਾ ਹੈ ਉਹ ਕੌਣ ਹੋਊ। ਉਦੋਂ ਬਾਬੇ ਵਡਭਾਗ ਸਿੰਘ ਜੀ ਉਹਨਾਂ ਨੇ ਸਿੱਖਾਂ ਨੂੰ ਇਹ ਕਿਹਾ ਸੀ ਕਿ ਇਹਨਾਂ ਨੂੰ ਡੋਲੇ ਪਾ ਲਓ, ਤੇ ਸਿੱਖਾਂ ਨੇ ਕਹਿਣਾ ਕੀਤਾ ਸੀ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਚਨ ਹੈ, ਇੱਦਾਂ ਨਹੀਂ ਹੋ ਸਕਦਾ। ਤੇ ਉਦੋਂ ਬਾਬਾ ਜੀ ਨੇ ਇਹ ਬਚਨ ਕਹਿ ਦਿੱਤੇ ਸਨ ਕਿ ਇਹਦਾ ਜੋ ਵੀ ਖਮਿਆਜਾ ਹੈ ਮੈਂ ਭੁਗਤੂੰਗਾ, ਤੁਹਾਨੂੰ ਕੋਈ ਕੁਝ ਨਹੀਂ ਕਵੇਗਾ, ਇਹ ਸਮੇਂ ਦੀ ਨਿਜਾਗਤ ਹੈ। ਇੱਦਾਂ ਜਿਹੜਾ ਕਰੇਗਾ ਉਹ ਮਾਲਕ ਦੇ ਘਰ ਦੇ ਵਿੱਚ ਜਿਹੜਾ ਹੈ ਕਬੂਲ ਹੋ ਜਾਵੇਗਾ। ਇਸ ਕਰਕੇ ਉਸ ਸਮੇਂ ਦੀ ਨਿਜਾਗਤ ਨੂੰ ਸਮਝਦੇ ਹੋਇਆ ਬਾਬਾ ਜੀ ਦਾ ਬਚਨ ਕਿਸੇ ਨੇ ਜਿਹੜਾ ਸੀ ਮੋੜਿਆ ਨਹੀਂ ਸੀ। ਆਂਦੇ ਉਦੋਂ ਫਿਰ ਜਿਹੜਾ ਸਾਰੇ ਸਿੱਖਾਂ ਨੇ ਇੱਕ ਥਾਂ ਤੇ ਡੇਰਾ ਲਾ ਲਿਆ। ਬਚਨ ਮੰਨਿਓ ਗੁਰੂ ਕੋ ਤਦ ਸਿੱਖ ਸੋ ਜਾਣ। ਆਂਦੇ ਜਿੰਨਾ ਬਾਬਾ ਗੁਰੂ ਵਡਭਾਗ ਸਿੰਘ ਜੀ ਹੁਣਾਂ ਦਾ ਬਚਨ ਮੰਨ ਲਿਆ, ਉਹ ਧੰਤਾ ਦੇ ਸਿੱਖ ਜੋਗ ਹੋ ਗਏ। ਆਂਦੇ ਜਦੋਂ ਇਹ ਸਮਾਂ ਬਤੀਤ ਹੋਇਆ, ਉਹਦੇ ਬਾਅਦ ਅਦੀਨਾ ਬੇਗ
ਕਿਉਂਕਿ ਹੁਣ ਕਤਲੋਗਾਹ ਜਿਹੜੀ ਹੈ ਉਹ ਉਹਨੂੰ ਠੱਲ ਪੈ ਚੁੱਕੀ ਹੈ। ਤੇ ਅਦੀਨਾ ਬੇਗ ਜਿਹੜਾ ਹੈ 1 ਲੱਖ ਰੁਪਈਆ ਜਿਹੜਾ ਹੈ ਉਹ ਲੈ ਕਰਕੇ ਆਉਂਦਾ ਹੈ ਜੀ। ਕੜਾ ਲਿਆਇਓ 1000 ਕੋ ਦਿਓ ਅੱਗੇ ਖਾਲਸਾ ਰਾਖ। ਅਤੇ 1000 ਰੁਪਏ ਦਾ ਜਿਹੜਾ ਹੈ ਉਹ ਕੜਾਹ ਪ੍ਰਸ਼ਾਦ ਦੀ ਰਸਤ ਜਿਹੜੀ ਹੈ ਉਹ ਲਿਆਂਦੀ ਹੈ, ਕਿਉਂਕਿ ਖਾਲਸੇ ਤੋਂ ਬਿਨਾਂ ਕੜਾਹ ਪ੍ਰਸ਼ਾਦ ਦੀ ਬਣਾਉਣ ਦੀ ਵਿਧੀ ਹੋਰ ਕਿਸੇ ਨੂੰ ਆਉਂਦੀ ਨਹੀਂ ਸੀ। ਇਸ ਕਰਕੇ ਇਹਨੇ ਜਿਹੜੀ ਹੈ ਰਸਤ ਜਿਹੜੀ ਹੈ ਨਾ ਉਹ ਜਿਹੜੀ ਹੈ ਲਿਆਂਦੀ ਹੈ। ਤੇ ਉਹਨਾਂ ਸਮਿਆਂ ਦੇ ਅੰਦਰ ਇੱਕ ਗੱਲ ਦਾ ਧਿਆਨ ਰੱਖਣਾ, 1 ਰੁਪਈਏ ਦਾ ਨਾ ਪਿਆਰਿਓ ਜਿਹੜਾ ਸੀ ਨਾ 4 ਮਣ ਆਟਾ ਜਿਹੜਾ ਸੀ ਉਹ ਆ ਜਾਂਦਾ ਸੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। 1 ਮਣ ਦੇ ਵਿੱਚ 40 ਕਿਲੋ ਹੁੰਦੇ ਨੇ ਤੇ 40 ਕਿਲੋਆਂ ਨੂੰ ਜਦੋਂ 4 ਦੇ ਨਾਲ ਗੁਣਾ ਕਰੋਗੇ, ਮਲਟੀਪਲਾਈ ਕਰੋਗੇ, ਵੇਖੋ ਕਿੰਨਾ ਬਣ ਜਾਵੇਗਾ। ਸਾਹਿਬ ਜੀ ਕਹਿੰਦੇ ਪਏ ਨੇ ਇਹਨੇ ਕੜਾਹ ਪ੍ਰਸ਼ਾਦ ਦੀਆਂ 1000 ਰੁਪਏ ਦੀਆਂ ਰਸਤਾਂ ਤੇ 1 ਲੱਖ ਰੁਪਈਆ ਦੇਣਾ ਕੀਤਾ ਹੈ। ਸੋ ਪੈਸੇ ਆਮ ਸਿੰਘ ਪਾਸ। ਆਂਦੇ ਜਿਹੜੇ ਸ਼ਿਆਮ ਸਿੰਘ ਸਨ ਜਥੇਦਾਰ, ਉਹਨਾਂ ਦੇ ਪਾਸ ਇਹ ਪੈਸੇ ਸੌਂਪ ਦਿੱਤੇ ਹਨ ਜੀ। ਕੜਾ ਵਰਤਾਇਓ ਕਰੇ ਅਰਦਾਸ। ਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਗ ਕਰਕੇ ਫਿਰ ਉੱਥੇ ਅਰਦਾਸਾ ਸੋਧ ਕਰਕੇ ਵਰਤਾਉਣੀ ਕੀਤੀ ਹੈ ਜੀ। ਜਵਾਬ ਕੜਾ ਜਬ ਮੁਖ ਮੈਂ ਪਾਇਓ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਦੀਨਾ ਬੇਗ ਨੇ ਹੁਣ ਉਹ ਕੜਾਹ ਪ੍ਰਸ਼ਾਦ ਜਿਹੜਾ ਹੈ ਮੁਖ ਦੇ ਵਿੱਚ ਪਾਉਣਾ ਜਦੋਂ ਕੀਤਾ ਹੈ। ਧੰਨ ਨਾਨਕ ਗੁਰੂ ਨੇ ਅਲਾਇਓ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਏਦਾਂ ਬਚਨ ਜਿਹੜੇ ਨੇ ਮੁਖ ਤੋਂ ਬੋਲਦਾ ਹੈ ਜੀ। ਹਮੇ ਬੁੱਧਨ ਕੋਇਆ ਖਾਣਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਨੂੰ ਯਾਦ ਕਰਦਾ ਹੈ ਤੇ ਧੰਨ ਕਹਿ ਰਿਹਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ, ਤੇ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਡੇ ਬੁੱਢਿਆਂ ਵਾਸਤੇ ਨਾ ਇਹ ਖਾਣਾ ਤੁਸੀਂ ਦਿੱਤਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚੀ ਗੱਲ ਹੈ, ਜੇ ਕਿਤੇ ਤਿਹਾਵਲ ਕੜਾਹ ਪ੍ਰਸ਼ਾਦ ਅੰਮ੍ਰਿਤ ਵੇਲੇ ਛਕ ਲਿਆ ਜਾਵੇ ਤੇ ਦੁਪਹਿਰਾਂ ਤੱਕ ਜ਼ਿਆਦਾਤਰ ਜਿਹੜੀ ਹੈ ਭੁੱਖ ਨਹੀਂ ਲੱਗਦੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਆਟਾ ਜਿਹੜੀ ਹੈ ਨਾ ਉਹ ਸਰੀਰ ਦੀ ਮੁੱਖ ਖੁਰਾਕ ਹੈ ਤੇ ਆਟਾ ਆਪਾਂ ਰੋਟੀ ਬਣਾ ਕੇ ਛਕਦੇ ਹਾਂ। ਤੇ ਹੁਣ ਇਹਦੇ ਵਿੱਚ ਆਟਾ ਵੀ ਹੈ, ਇਹਦੇ ਵਿੱਚ ਘਿਓ ਵੀ ਹੈ, ਇਹਦੇ ਵਿੱਚ ਖੰਡ ਵੀ ਹੈ, ਇਹਦੇ ਵਿੱਚ ਪਾਣੀ ਵੀ ਹੈ ਤੇ ਇਹਦੇ ਵਿੱਚ ਅੱਗ ਵੀ ਹੈ। ਅੱਗ ਤੇ ਬੰਦ ਹੈ। ਆਂਦੇ ਇਹਨਾਂ ਦਾ ਸਵਾਦਿਸ਼ਟ ਭੋਜਨ ਜਿਹੜਾ ਸੀ ਨਾ ਉਹ ਜਦੋਂ ਅਦੀਨਾ ਬੇਗ ਨੇ ਛਕਿਆ ਤੇ ਇਹ ਧੰਨ ਗੁਰੂ ਨਾਨਕ ਦਾ ਅਲਾਪ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੁਸੀਂ ਧੰਨ ਹੋ, ਤੁਸੀਂ ਸਾਡੇ ਬੁੱਢਿਆਂ ਵਾਸਤੇ ਜਿਹੜਾ ਇਹ ਖਾਣਾ ਦਿੱਤਾ ਹੈ। ਤੇ ਜਦੋਂ ਤੁਸੀਂ ਨਿਹੰਗਾਂ ਸਿੰਘਾਂ ਦੀਆਂ ਛਾਉਣੀਆਂ ਦੇ ਵਿੱਚ ਜਾਓਗੇ ਨਾ ਪਿਆਰਿਓ, ਉੱਥੇ ਕਿਤੇ ਪ੍ਰਸ਼ਾਦ ਲੈਣ ਦੀ ਜਿਹੜੀ ਜਦੋਂ ਤੁਸੀਂ ਕਈ ਆਪਾਂ ਇਹੀ ਕਹਿ ਸਕਦੇ ਭੁੱਲ ਨਾ ਕਰ ਬੈਠੇ ਹੋ, ਉਹਨਾਂ ਤੋਂ ਜਦੋਂ ਤੁਸੀਂ ਕਹਿਣਾ ਨਾ ਦੋ ਸਵਾਇਆ ਤਾਂ ਉਹਨਾਂ ਕਹਿਣਾ ਫਿਰ ਕਰ ਬੁੱਕ। ਆਪਾਂ ਦੇ ਸਵਾਏ ਦੇ ਅਰਥ ਇਹ ਕਹਿੰਦੇ ਹਾਂ ਕਿ ਥੋੜ੍ਹਾ ਜਿੰਨਾ ਦਿਓ, ਪਰ ਅਸਲ ਦੇ ਵਿੱਚ ਸਵਾਏ ਦੇ ਅਰਥ ਆਉਂਦੇ ਨੇ ਜ਼ਿਆਦਾ। ਸਵਾਏ ਦੇ ਅਰਥ ਹੁੰਦੇ ਨੇ ਜ਼ਿਆਦਾ। ਜਦੋਂ ਆਪਾਂ ਕਹਿੰਦੇ ਸਵਾਇਆ ਦਿਓ, ਸਵਾਇਆ ਦੇ ਅਰਥ ਨੇ ਜ਼ਿਆਦਾ। ਜਦੋਂ ਕੋਸ਼ ਪੜ੍ਹੋਗੇ ਤੁਸੀਂ ਨਾ, ਕੋਸ਼ ਸ਼ਬਦਾਂ ਦੇ ਅਰਥ ਪੜ੍ਹੋਗੇ, ਉੱਥੇ ਸਵਾਏ ਦੇ ਅਰਥ ਜਾਂ ਭਾਈ ਕਾਹਨ ਸਿੰਘ ਜੀ ਨਾਭਾ ਹੋਣਾ ਜੀ ਨੂੰ ਪੜ੍ਹੋ ਬੇਅੰਤ। ਜਦੋਂ ਤੁਸੀਂ ਅਰਥਾਂ ਦੇ ਨਾਲ ਜੁੜੋਗੇ ਇਹਨਾਂ ਸ਼ਬਦਾਂ ਦੇ, ਸਵਾਇਆ ਦੇ ਅਰਥ ਆਏ ਨੇ ਜ਼ਿਆਦਾ। ਤੇ ਉਹ ਕਹਿੰਦੇ ਨੇ ਇੱਕ ਕੜਾਹ ਪ੍ਰਸ਼ਾਦ ਵਰਤਾਉਂਦਾ ਸੀ ਸਿੰਘ ਤੇ ਅੱਗੋਂ ਨਿਹੰਗ ਸਿੰਘ ਵਰਤਾਉਣ ਵਾਲਾ ਸੀ। ਤੇ ਜਦੋਂ ਉਹਨੇ ਕਹਿਣਾ ਸਵਾਇਆ ਦਿਓ, ਉਹਨੇ ਭਰਿਆ ਗੱਫਾ ਤੇ ਚੱਕ ਕੇ ਜਿਹੜਾ ਹੈ ਉਹਦੀ ਹਥੇਲੀ ਤੇ ਜਦੋਂ ਰੱਖਿਆ ਤੇ ਉਹ ਅੱਗੋਂ ਦਾ ਤੱਤਾ ਠੰਡਾ ਹੋ ਗਿਆ। ਉਹ ਤੈਨੂੰ ਤਾਂ ਸਵਾਇਆ ਕਿਹਾ ਸੀ ਤੇ ਤੂੰ ਜਿਹੜਾ ਹੈ ਮੇਰਾ ਬੁੱਕ ਭਰ ਦਿੱਤਾ। ਆਂਦਾ ਬਾਹਰ ਨਿਕਲ ਫਿਰ ਤੂੰ ਦੱਸਦੇ ਸਵਾਇਆ ਹੁੰਦਾ ਕੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਇਹ ਗਲਤੀ ਨਹੀਂ ਕਰਨੀ ਕਿਤੇ ਸਿੰਘਾਂ ਦੇ ਅੱਗੇ। ਆਮ ਤੇ ਚੱਲਦਾ ਜਾਂਦਾ ਹੈ ਨਾ, ਕਿਉਂਕਿ ਅੱਜ ਕੜਾਹ ਪ੍ਰਸ਼ਾਦ ਕੋਈ ਖਾ ਕੇ ਵੀ ਨਹੀਂ ਰਾਜੀ।
ਤੇ ਜਿਹੜਾ ਦੇਣ ਵਾਲਾ ਉਹ ਵੀ ਫਿਰ ਸੰਕੋਚ ਕਰਦਾ ਕਿਤੇ ਅੱਗੋਂ ਟੁੱਟ ਕੇ ਹੀ ਨਾ ਪੈ ਜਾਏ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਬੀਪੀ ਦੀ ਬੜੀ ਪ੍ਰੋਬਲਮ ਹੋ ਗਈ ਸਾਨੂੰ, ਸਾਡਾ ਬਲੱਡ ਪ੍ਰੈਸ਼ਰ ਜਿਹੜਾ ਹੈ ਨਾ ਪ੍ਰਸ਼ਾਦ ਖਾਣ ਦੇ ਨਾਲ ਜ਼ਿਆਦਾ ਵੱਧ ਜਾਂਦਾ। ਪਿਆਰ ਨਾਲ ਆਖੋ ਸਤਨਾਮ। ਪਰ ਉਦੋਂ ਇੱਦਾਂ ਨਹੀਂ ਸੀ। ਆਂਦੇ ਕੜਾਹ ਪ੍ਰਸ਼ਾਦ 1000 ਰੁਪਏ ਦਾ, ਤੁਸੀਂ ਦੇਖੋ ਕਿੰਨਾ ਹੋਵੇਗਾ। 1 ਰੁਪਏ ਦੇ ਵਿੱਚ 4 ਮਣ ਆਟਾ, ਹਾਂਜੀ ਵਾਹਿਗੁਰੂ ਮਣ ਆਟਾ 1 ਰੁਪਏ ਦੇ ਵਿੱਚ 4 ਮਣ ਆਟਾ ਆ ਜਾਂਦਾ ਸੀ। ਉਹ ਕਿੰਨਾ ਕੁ ਪ੍ਰਸ਼ਾਦ ਬਣਿਆ ਹੋਵੇਗਾ ਉਸ ਸਮੇਂ। ਆਂਦੇ ਜਦੋਂ ਅਦੀਨਾ ਬੇਗ ਨੇ ਛਕਿਆ ਤੇ ਧੰਨ ਗੁਰੂ ਨਾਨਕ ਕਹਿੰਦਾ ਹੈ ਕਿ ਤੁਸੀਂ ਬੁੱਢਿਆਂ ਵਾਸਤੇ ਪਦਾਰਥ ਬਣਾਇਆ ਹੈ ਜੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਹਿਸਤੋ ਦੇ ਅਰਥ ਆਏ ਨੇ ਸੱਚਖੰਡ। ਇਹ ਗੁਰੂ ਨਾਨਕ ਸਾਹਿਬ ਜੀ ਨੇ ਸੱਚਖੰਡ ਤੋਂ ਲਿਆਂਦਾ। ਇਤਿਹਾਸ ਗਵਾਹ ਹੈ ਇਸ ਗੱਲ ਦਾ ਪਿਆਰਿਓ, ਧਿਆਨ ਦੇਣਾ। ਜਦੋਂ ਬਾਬਾ ਜੀ ਬਗਦਾਦ ਦੀ ਫੇਰੀ ਤੇ ਗਏ ਤੇ ਉੱਥੇ ਜਿਹੜਾ ਹੈ ਦਸਤਗੀਰ ਪੀਰ ਮਿਲਿਆ ਤੇ ਉਹਨੇ ਜਦੋਂ ਪਤਾਲ ਲੱਖ ਅਗਾਸ ਵਾਲਾ ਸਵਾਲ ਕੀਤਾ ਤੇ ਪਾਤਸ਼ਾਹ ਜੀ ਕਹਿੰਦੇ ਇਹ ਕਿਹੜੀ ਗੱਲ ਹੈ, ਚੱਲ ਸਾਡੇ ਨਾਲ, ਤੈਨੂੰ ਹੁਣੇ ਦਿਖਾ ਦਿੰਦੇ। ਕਹਿੰਦਾ ਮੈਂ ਤੇ ਨਹੀਂ ਜਾਣਾ। ਆਂਦੇ ਫੇਰ? ਆਂਦੇ ਸਾਡਾ ਬੇਟਾ ਲੈ ਜਾ ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਭਾਈ ਗੁਰਦਾਸ ਜੀ। ਆਂਦੇ ਪੀਰ ਦਾ ਬੇਟਾ ਲੈ ਕੇ ਬਾਬਾ ਜੀ ਚਲੇ ਗਏ। ਆਕਾਸ਼ਾਂ ਆਕਾਸ਼, ਪਾਤਾਲਾਂ ਪਤਾਲ ਲੱਖ, ਇਹ ਸਭ ਕੁਝ ਵਿਖਾਇਆ। ਤੇ ਹੁਣ ਪੀਰ ਦਾ ਬੇਟਾ ਕਹਿੰਦਾ ਹੈ ਬਾਬਾ ਜੀ ਚੱਲੀਏ। ਆਂਦੇ ਨਹੀਂ ਜਾਣਾ ਨਹੀਂ ਅਜੇ, ਸੱਚਖੰਡ ਵਿਖਾਉਣਾ। ਆਂਦਾ ਨਹੀਂ ਮੈਂ ਜਾ ਕੇ ਕਹਿ ਦਾਂਗਾ ਦੇਖ ਲਿਆ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇੱਦਾਂ ਨਹੀਂ ਦੇਖ ਲਿਆ, ਤੈਨੂੰ ਸੱਚਖੰਡ ਵਿਖਾਉਣਾ। ਆਂਦੇ ਜਦੋਂ ਸੱਚਖੰਡ ਦੇ ਵਿੱਚ ਗਏ ਨਾ, ਪੀਰ ਜੀ ਦੇ ਬੇਟੇ ਨੂੰ ਲੈ ਕਰਕੇ ਉੱਥੇ ਕੜਾਹ ਪ੍ਰਸ਼ਾਦ ਮਿਲਿਆ। ਪਿਆਰ ਨਾਲ ਆਖੋ ਸਤਨਾਮ। ਲੀ ਕੜਾਹੀ ਧੁਰੋਂ ਦਰਗਾਹੀ, ਲੀ ਕੜਾਹੀ ਧੁਰੋਂ ਦਰਗਾਹੀ। ਤੇ ਜਦੋਂ ਵਾਪਸ ਆਏ ਨਾ ਤੇ ਉਦੋਂ ਆਪਣੇ ਪਿਤਾ ਨੂੰ ਕਹਿੰਦਾ ਪਿਤਾ ਜੀ ਤੁਸੀਂ ਇੱਥੇ ਬੈਠੇ ਸੀ। ਦਸਤਗੀਰ ਪੀਰ ਨੂੰ, ਪੀਰ ਦਾ ਮੁੰਡਾ ਕਹਿੰਦਾ ਬਾਬਾ ਜੀ ਪਿਤਾ ਜੀ ਤੁਸੀਂ ਇੱਥੇ ਬੈਠੇ ਹੋਏ ਹੋ। ਤੇ ਕਹਿੰਦੇ ਕਿ ਤੂੰ ਹੁਣੇ ਤੇ ਗਿਆ ਹੈ। ਕਹਿੰਦਾ ਨਹੀਂ ਮੈਨੂੰ ਤੇ ਲੱਖਾਂ ਹੀ ਸਾਲ ਹੋ ਗਏ। ਉਹਦੀ ਸੁਰਤ ਬਾਬੇ ਗੁਰੂ ਨਾਨਕ ਦੇ ਘਰ ਦੇ ਵੀ ਇੱਦਾਂ ਦੀ ਕੰਮ ਕੀਤੀ ਕਿ ਪਤਾ ਨਹੀਂ ਹੁਣ ਪਤਾਲਾਂ ਪਤਾਲ ਲੱਖ ਗਾਸਾਂ ਗਾਸ ਦੇਖਣੇ ਤੇ ਕਿੰਨਾ ਸਮਾਂ ਲੱਗੇਗਾ। ਸੁਰਤ ਇੱਦਾਂ ਹੋ ਗਈ। ਪਿਤਾ ਨੂੰ ਕਹਿੰਦਾ ਏ ਕਿ ਤੁਸੀਂ ਇੱਥੇ ਬੈਠੇ ਆਂਦੇ, ਤੂੰ ਹੁਣੇ ਤੇ ਗਿਆ ਸੀ, ਹੁਣੇ ਵਾਪਸ ਆ ਗਿਆ, ਮੈਂ ਜਾਣਾ ਕਿੱਥੇ ਸੀ। ਲਾਗੇ ਹੋਰ ਵੀ ਪੀਰ ਪਾਰ ਜਿਹੜੇ ਸਨ ਉਹ ਬੈਠੇ ਹੋਏ ਸਨ। ਤੇ ਕਹਿੰਦਾ ਬਾਪੂ ਤੂੰ ਝੂਠ ਬੋਲਦਾ। ਤੇ ਉਹ ਅੱਗੋਂ ਬਾਪੂ ਕਹਿੰਦਾ ਨਹੀਂ ਤੂੰ ਝੂਠ ਬੋਲਦਾ। ਇੱਦਾਂ ਇੱਕ ਦੂਜੇ ਦੇ ਚੁੰਡੀਆਂ ਵੱਢ ਰਹੇ ਸਨ। ਤੇ ਗੁਰੂ ਨਾਨਕ ਸਾਹਿਬ ਜੀ ਮੁਸਕਰਾ ਰਹੇ ਸਨ ਕਿ ਇਸ ਬਾਬੇ ਨਾਨਕ ਦੇ ਘਰ ਦੀਆਂ ਰੱਬ ਦੀਆਂ ਰਮਜਾਂ ਤੋਂ ਬੜੀ ਦੂਰ ਬੈਠੇ ਹੋਏ ਨੇ, ਹਜੇ ਇਹ ਥੱਲੇ ਥੱਲੇ ਗੱਲਾਂ ਕਰਦੇ ਨੇ। ਇਸ ਪ੍ਰਕਾਰ ਜੇ ਕੋਈ ਹੁਣ ਪੁੱਛੇ ਨਾ ਕਿ ਕੜਾਹ ਪ੍ਰਸ਼ਾਦ ਕਿੱਥੋਂ ਆਇਆ ਹੈ ਤੇ ਸਿੱਧਾ ਕਹਿ ਦੇਣਾ ਬਾਬੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੱਚਖੰਡ ਦੇ ਵਿੱਚੋਂ ਇਹ ਕੜਾਹ ਪ੍ਰਸ਼ਾਦ ਲਿਆਂਦਾ ਹੈ। 50,000 ਔਰ ਕਰ ਲਿਓ। 50,000 ਜਿਹੜਾ ਸੀ ਨਾ ਅਦੀਨਾ ਬੇਗ ਨੇ ਹੋਰ ਜਿਹੜਾ ਹੈ ਸਿੰਘਾਂ ਨੂੰ ਦਿੱਤਾ ਹੈ ਜੀ। ਆਂਦੇ ਫਿਰ ਦੁਆਬੇ ਦੇ ਨਾਂ ਦੇ ਉੱਤੇ ਹਰ ਸਾਲ 1.25 ਲੱਖ ਰੁਪਈਆ ਜਿਹੜਾ ਹੈ ਦੇਣਾ ਇਹਨੇ ਜਿਹੜਾ ਹੈ ਮੰਨ ਲਿਆ ਹੈ। ਭਾਵ ਕਿ ਇਹਨੇ ਸਾਲਾਨਾ ਉਗਰਾਹੀ ਜਿਹੜੀ ਹੈ ਨਾ 1.25 ਲੱਖ ਰੁਪਏ ਦੀ ਅਦੀਨਾ ਬੇਗ ਹੁਣ ਜਿੱਤ ਪ੍ਰਾਪਤ ਕਰ ਚੁੱਕਾ ਹੈ ਸਿੰਘਾਂ ਦੇ ਨਾਲ ਮਿਲ ਕੇ। ਤੇ ਇਸ ਕਰਕੇ 25,000 ਹੋਰ ਦਿੱਤਾ ਨਜਰਾਨੇ ਵਜੋਂ ਤੇ 1.25 ਲੱਖ ਰੁਪਈਆ ਸਾਲ ਦਾ ਇਹਨੇ ਉਗਰਾਹੀ ਜਿਹੜੀ ਹੈ ਦੇਣੀ ਹੋਰ ਮੰਨ ਲਈ ਹੈ। ਤੇ ਨਾਲ ਹੀ ਕਹਿ ਦਿੱਤਾ ਬਸ ਕਰੋ ਹੁਣ ਜੱਸਾ ਸਿੰਘ ਜੀ ਆਲੂ ਵਾਲੀਆ ਜਥੇਦਾਰ ਜੀ ਹੁਣ ਦੁਆਬਾ ਲੁੱਟਣਾ ਜਿਹੜਾ ਬੰਦ ਕਰ ਦਿਓ। ਪਿਆਰ ਨਾਲ ਆਖੋ ਸਤਨਾਮ। ਜਲੰਧਰ, ਫਗਵਾੜਾ, ਫਿਲੌਰ, ਹਰਿਆਣੇ ਤੱਕ ਵਾਹਿਗੁਰੂ ਜਿੱਥੋਂ ਸਤਲੁਜ ਜਿਹੜਾ ਹੈ ਸ਼ੁਰੂ ਹੋ ਜਾਂਦਾ ਹੈ ਤੇ ਇੱਧਰ ਬਿਆਸ ਤੱਕ ਜਿੰਨਾ ਵੀ ਇਲਾਕਾ ਹੈ ਇਹ ਸਾਰਾ ਦੁਆਬੇ ਦੇ ਵਿੱਚ ਆਉਂਦਾ ਹੈ। ਇਹਨੂੰ ਦੁਆਬਾ ਕਹਿੰਦੇ ਨੇ ਕਿਉਂਕਿ ਵਿਚਕਾਰਲੇ ਜਿਹੜਾ ਹੈ ਦੁਆਬਾ। ਸਾਹਿਬ ਜੀ ਕਹਿੰਦੇ ਹਨ ਰਤਨ ਸਿੰਘ ਜੀ ਭੰਗੂ ਹੁਣੀ ਕਿ ਹੁਣ ਅਦੀਨਾ ਬੇਗ ਨੇ ਇਹ ਬਚਨ ਕਹਿ ਦਿੱਤਾ ਕਿ ਹੁਣ ਮੈਂ ਵੀ ਤਾਂ ਇੱਥੇ ਰਹਿਣਾ। ਚਲਾਕ ਸੀ, ਚੁਸਤ ਸੀ, ਬੜਾ ਦਿਮਾਗੀ ਬੰਦਾ ਸੀ। ਹੁਣ ਇਹਨੇ ਸੋਚਿਆ ਵੀ ਇਹ ਤਾਂ ਲੁੱਟਣ ਨੂੰ ਵੀ ਨਹੀਂ ਹਟਦੇ। ਬੜਾ ਕੁਝ ਇਹਨਾਂ ਨੇ ਸ਼ਮਿਆਨਾ ਲੁੱਟ ਲਿਆ, ਮੇਰੇ ਪੱਲੇ ਕੁਝ ਨਹੀਂ ਰਹਿਣਾ, ਮੈਂ ਵੀ ਤਾਂ ਰਾਜ ਕਰਨਾ ਹੈ, ਹੁਣ ਸੂਬੇਦਾਰੀ ਮੈਨੂੰ ਮਿਲਣੀ ਹੈ। ਇਸ ਕਰਕੇ ਕਹਿੰਦਾ
ਜਥੇਦਾਰ ਜੀ ਹੁਣ ਤੁਸੀਂ ਲੁੱਟਣਾ ਬੰਦ ਕਰ ਦਿਓ ਜੀ। ਜਵਾਬ ਦਵਾਬਾ ਲੁੱਟਣਾ ਹਟਾਇਆ ਸਾਂਝਾ ਖਾਲਸਾ ਸਾਥ ਬਣਾਇਆ। ਸੋ ਇਸ ਪ੍ਰਕਾਰ ਜਲੰਧਰ ਦਾ ਜਿਹੜਾ ਉਹ ਕਤਲ ਹੋਇਆ, ਅਦੀਨਾ ਬੇਗ ਨੂੰ ਜਿਹੜੀ ਸੀ ਉਹ ਸੂਬੇਦਾਰੀ ਦਿੱਤੀ ਗਈ ਤੇ ਉਸ ਦਿਨ ਤੋਂ ਬਾਅਦ ਖਾਲਸਾ ਤੇ ਅਦੀਨਾ ਬੇਗ ਸਾਂਝੇ ਹੋ ਗਏ। ਆਂਦਾ ਜੋ ਵੀ ਕਮਾਵਾਂਗੇ ਉਹ ਅੱਧੋ ਅੱਧ ਕਰਾਂਗੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਂਝਾ ਖਾਲਸੇ ਸਾਥ ਬਣਾਇਆ, ਖਾਲਸੇ ਦੇ ਨਾਲ ਮਿਲ ਕਰਕੇ ਇਹ ਹੁਣ ਸਾਂਝ ਤੌਰ ਤੇ ਚੱਲਦਾ ਹੈ। 1813 ਦੇ ਸਾਲ ਆਂਦੇ ਉਦੋਂ ਬਿਕਰਮੀ 1813 ਸੀ ਤੇ ਸੰਮਤ ਜਿਹੜੀ ਹੈ 1756। ਇਹ ਨੁਕਤਾ ਆਪਣੇ ਜ਼ਿਹਨ ਦੇ ਵਿੱਚ ਜ਼ਰੂਰ ਬਿਠਾ ਕੇ ਰੱਖਣਾ। ਜੇ ਬਿਕਰਮੀ ਸੰਨ ਦੇ ਵਿੱਚੋਂ ਈਸਵੀ ਸੰਨ ਕੱਢਣਾ ਹੋਵੇ ਤੇ ਫਿਰ ਜਿਹੜਾ ਹੈ 57 ਜਿਹੜੇ ਨੇ ਘਟਾ ਦੇਵੋ ਬਿਕਰਮੀ ਸੰਨ ਦੇ ਵਿੱਚ। ਹੁਣ ਇੱਥੇ 1813 ਆਇਆ ਤੇ ਜਦੋਂ 57 ਘਟਾ ਦੋਗੇ ਤੇ 1700 ਜਿਹੜਾ ਹੈ ਉਹ 56 ਬਣ ਜਾਵੇਗਾ। ਇਹ ਈਸਵੀ ਸੰਨ ਨਿਕਲ ਜਾਵੇਗਾ। ਅਗਾਂਹ ਵਾਸਤੇ ਵੀ ਇਹ ਬੜਾ ਵੱਡਾ ਨੁਕਤਾ ਹੈ ਗੁਣੀ ਜਨਾਂ ਦਾ ਦਰਸਾਇਆ ਹੋਇਆ। ਬਿਕਰਮੀ ਸੰਨ ਦੇ ਵਿੱਚੋਂ 57 ਘਟਾ ਦੋਗੇ ਤੇ ਈਸਵੀ ਸੰਨ ਜਿਹੜਾ ਹੈ ਉਹ ਨਿਯਤ ਹੋ ਜਾਵੇਗਾ। ਇਸ ਤਰ੍ਹਾਂ 1756 ਈਸਵੀ ਸੰਨ ਸੀ ਜੀ। ਐਸੇ ਭਇਓ ਖਾਲਸਾ ਚਾਲ ਆਂਦੇ ਉਸ ਸਮੇਂ ਫਿਰ ਰਤਨ ਸਿੰਘ ਜੀ ਭੰਗੂ ਕਹਿੰਦੇ ਹੁਣ ਗਾਥਾ ਜਦੋਂ ਸਮਾਪਤ ਹੁੰਦੀ ਹੈ ਨਾ ਜਲੰਧਰ ਕਤਲ ਦੀ, ਆਂਦੇ ਉਦੋਂ ਖਾਲਸੇ ਦਾ ਇੱਦਾਂ ਦਾ ਸਮਾਂ ਬਣਿਆ ਸੀ ਜੀ। ਦੋਹਰਾ ਮੁਗਲ ਸੋ ਦਿੱਲੀ ਪਤ ਹੁੰਦੇ ਸੋ ਕਿਤ ਰਹਿ ਦਿੱਲੀਏ ਮਰਦ ਗੜਾਏ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਖਾਲਸਾ ਗੁਰੂ ਰੂਪ ਸੰਗਤ ਜੀਓ, ਇਸ ਪ੍ਰਕਾਰ ਨਾਸਰ ਅਲੀ ਨੇ ਜੋ ਕਰਤਾਰਪੁਰ ਸਾਹਿਬ ਜੀ ਦੀ ਬੇਅਦਬੀ, ਗੁਰਧਾਮਾਂ ਦੀ ਬੇਅਦਬੀ ਕੀਤੀ, ਸਿੰਘਾਂ ਦੀ ਬੇਅਦਬੀ, ਸਿੰਘਣੀਆਂ ਦੀ ਬੇਅਦਬੀ ਉਸ ਸਮੇਂ ਦੇ ਅੰਦਰ ਕੀਤੀ, ਗੁਰਦੁਆਰਾ ਥੰਮਜੀ ਸਾਹਿਬ ਜੀ ਦੀ ਬੇਅਦਬੀ ਕੀਤੀ ਆਦਿਕ, ਉਹਦਾ ਰੋਸ ਸਿੰਘਾਂ ਦੇ ਵਿੱਚ ਬਹੁਤ ਸੀ। ਬਾਬਾ ਵਡਭਾਗ ਸਿੰਘ ਜੀ ਹੁਣਾਂ ਨੇ ਖਾਲਸੇ ਦੇ ਨਾਲ ਮਿਲ ਕੇ, ਅਦੀਨਾ ਬੇਗ ਵੀ ਨਾਲ ਰਿਹਾ ਤੇ ਫਿਰ ਸਾਰੀ ਮੁਹਿੰਮ ਜਿਹੜੀ ਹੈ ਇਸ ਪ੍ਰਕਾਰ ਜਲੰਧਰ ਕਤਲ ਇਸ ਗਾਥਾ ਦੇ ਅੰਦਰ ਜਿਹੜੀ ਹੈ ਉਹ ਸਰ ਕੀਤੀ। ਅੱਗੇ ਸਰਹੰਦ ਕਿੱਦਾਂ ਲੁੱਟਣੀ ਹੈ ਸਿੰਘਾਂ ਨੇ, ਉਹ ਵਾਰਤਾਲਾਪ ਜਿਹੜੀ ਹੈ ਕਵੀ ਜੀ ਕਹਿ ਰਹੇ ਨੇ ਆਉਣ ਵਾਲੇ ਦੀਵਾਨਾਂ ਦੇ ਵਿੱਚ ਅਸੀਂ ਸਰਹੰਦ ਕਿੱਦਾਂ ਲੁੱਟੀ ਗਈ, ਮਰਾਠਿਆਂ ਦੇ ਨਾਲ ਸਿੰਘਾਂ ਦਾ ਕਿੱਦਾਂ ਜਿਹੜਾ ਹੈ ਉਹ ਯੁੱਧ ਹੁੰਦਾ ਹੈ, ਉਹ ਸਰਵਣ ਕਰਾਂਗੇ ਜੀ। ਮੇਰੀਆਂ ਭੁੱਲਾਂ ਮੇਰੀ ਝੋਲੀ 'ਚ ਪਾ ਦੇਣੀ, ਗੁਰ ਦੀ ਗੱਲ ਪੱਲੇ ਬਣ ਕੇ ਜਾਣੀ, ਵਿਸਰਨਾ